ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ ਰਿਪੋਰਟ ਮੈਂ ਬਣਾ ਰਹੀ ਹਾਂ ਕੇਂਦਰੀ ਸਿੱਖ ਅਜਾਇਬ ਘਰ ਤੇ ਸਿੱਖ ਮਿਊਜ਼ੀਅਮ ਦੇ ਵਿੱਚ ਜਿਹੜਾ ਤਸਵੀਰਾਂ ਲਗਾਉਣ ਦੇ ਉੱਤੇ ਕੁਝ ਕੁ ਮਹੀਨਿਆਂ ਬਾਅਦ ਹੀ ਵਿਵਾਦ ਖੜਾ ਹੋ ਜਾਂਦਾ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੇ ਇਸ ਇਸ਼ੂ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਦੇ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਤਸਵੀਰਾਂ ਤੇ ਵਿਵਾਦ ਔਰ ਜਿਹੜਾ ਬਾਅਦ ਵਿੱਚ ਰਾਜਨੀਤੀ ਦਾ ਵੀ ਰੁਖ ਲੈ ਲੈਂਦਾ, ਇਦਾਂ ਕਿਉਂ ਹੁੰਦਾ ਹੈ। ਕੇਂਦਰੀ ਸਿੱਖ ਅਜਾਇਬ ਘਰ ਹਰਮੰਦਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਹੀ ਹੈ, ਜਿੱਥੇ ਸਿੱਖ ਗੁਰੂਆਂ ਦੀਆਂ ਤਸਵੀਰਾਂ, ਉਹਨਾਂ ਦੀਆਂ ਯਾਦਗਾਰਾਂ, ਉਹਨਾਂ ਦੀ ਉਦਾਸੀਆਂ ਜਿਹੜੀਆਂ ਸੀ, ਉਸ ਤੋਂ ਇਲਾਵਾ ਸਿੱਖ ਲੀਡਰਸ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ, ਕੁਰਬਾਨੀਆਂ ਪਾਈਆਂ ਸਿੱਖੀ ਧਰਮ ਦੇ ਲਈ, ਉਹਨਾਂ ਦੀਆਂ ਤਸਵੀਰਾਂ, ਉੱਥੇ ਪੋਰਟਰੇਟ, ਜੋ ਵੀ ਉਹਨਾਂ ਦੇ ਆਰਟੀਫੈਕਟਸ ਜਾਂ ਕੁਆਇਨਸ ਵਗੈਰਾ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਕੁਝ ਹਥਿਆਰ, ਮਿਊਜ਼ੀਕਲ ਇੰਸਟਰੂਮੈਂਟਸ ਜਿਹੜੇ ਪੁਰਾਣੇ ਸੀਗੇ, ਤੰਤੀ ਸਾਜ਼, ਉਹਨਾਂ ਦੇ ਉੱਥੇ ਸਾਂਭੇ ਹੋਏ ਨੇ ਤਾਂ ਕਿ ਨਵੀਆਂ ਪੀੜ੍ਹੀਆਂ ਆ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਆ ਉਹਨਾਂ ਦੇ ਲਈ ਯਾਦਗਾਰ ਰਹਿ ਸਕੇ, ਉਹਨਾਂ ਨੂੰ ਸਾਰਾ ਇਤਿਹਾਸ ਦਾ ਆਪਣਾ ਪਤਾ ਲੱਗ ਸਕੇ। 1958 ਦੇ ਵਿੱਚ ਸਥਾਪਿਤ ਹੁੰਦਾ ਹੈ ਕੇਂਦਰੀ ਸਿੱਖ ਅਜਾਇਬ ਘਰ। ਇੱਕ ਪੰਥ ਦੇ ਨਾਲ ਜੁੜਿਆ, ਧਰਮ ਦੇ ਨਾਲ ਜੁੜਿਆ ਹੋਇਆ ਹੀ ਉਹਦੇ ਵਿੱਚ ਜਿਹੜੀਆਂ ਮੈਮਰੀ ਸੀਗੀਆਂ ਉਹੀ ਸਾਂਭੀਆਂ ਜਾਂਦੀਆਂ ਸੀ, ਪਰ ਹੌਲੀ ਹੌਲੀ ਇਹ ਵੀ ਇੱਕ ਸੈਕੂਲਰ ਪੋਲੀਟੀਕਲ ਜਿਹੜੀ ਇੰਟਰਫੇਰੈਂਸ ਹੈ ਇਹਦੇ ਵਿੱਚ ਹੋਣ ਲੱਗ ਗਈ, ਔਰ ਕਈ ਇੱਦਾਂ ਦੇ ਲੋਕਾਂ ਦੀਆਂ ਤਸਵੀਰਾਂ ਲੱਗੀਆਂ ਜਿਨ੍ਹਾਂ ਦੇ ਉੱਤੇ ਵਾਰ-ਵਾਰ ਜਿਹੜੇ ਉਹ ਵਿਵਾਦ ਖੜੇ ਹੁੰਦੇ ਆ। ਇੱਕ ਦੌਰ ਇਹਦੇ ਵਿੱਚ ਇੱਦਾਂ ਦਾ ਆਉਂਦਾ ਜਦੋਂ ਪੋਲੀਟੀਕਲ ਜਿਹੜੀਆਂ ਸੋਸ਼ੀਓ ਪੋਲੀਟੀਕਲ ਲੀਡਰ ਸੀਗੇ ਉਹਨਾਂ ਦੀਆਂ ਵੀ ਤਸਵੀਰਾਂ ਉੱਥੇ ਲਾ ਦਿੱਤੀਆਂ ਗਈਆਂ। ਸੋ ਜਿਹੜਾ ਸਿੱਖ ਅਜਾਇਬ ਘਰ ਆ ਉਹ ਤਾਂ ਸਿਰਫ ਇੱਕ ਸਿੱਖ ਧਰਮ ਦੇ ਵਿੱਚ ਜਿਨ੍ਹਾਂ ਦੀਆਂ ਕੁਰਬਾਨੀਆਂ, ਯੋਗਦਾਨ ਸੀ, ਉਹਨਾਂ ਨੂੰ ਸੰਭਾਲ ਕੇ ਰੱਖਣ ਲਈ, ਉਹਨਾਂ ਦੀਆਂ ਯਾਦਾਂ ਦੇ ਲਈ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਐਜੂਕੇਟ ਹੋ ਸਕਣ, ਇਸ ਕਰਕੇ ਉਹ ਬਣਾਇਆ ਗਿਆ ਸੀ। ਪਰ ਇਹਦੀ ਪੋਲੀਟਿਕਸ ਜਦੋਂ ਹੋਈ ਉਦੋਂ ਤੋਂ ਹੀ ਇਹਦੇ ਤੇ ਵਿਵਾਦ, ਕੰਟਰੋਵਰਸੀਜ਼ ਖੜੀਆਂ ਹੁੰਦੀਆਂ, ਜਿਹਦੇ ਨਾਲ ਬਾਰ-ਬਾਰ ਉਂਗਲ ਐਸਜੀਪੀਸੀ ਤੇ ਉੱਠਦੀ ਹੈ। ਐਸਜੀਪੀਸੀ ਇੱਕ ਜਥੇਬੰਦੀ ਹੈ ਜਿਹੜੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੀ, ਉਹਦੇ ਅੰਦਰਲੀ ਜਿਹੜੀ ਪੋਲੀਟਿਕਸ ਆ ਉਹ ਗਲਤ ਹੋ ਸਕਦੀ ਹੈ, ਇਸ ਟਾਈਮ ਗਲਤ ਲੱਗਦੀ ਵੀ ਹੈ ਕਈ ਚੀਜ਼ਾਂ ਤੇ, ਕਈ ਫੈਸਲਿਆਂ ਤੇ, ਪਰ ਵਾਰ-ਵਾਰ ਉਸ ਜਥੇਬੰਦੀ ਤੇ ਸਵਾਲ ਉੱਠਣੇ ਜਿਹੜੇ ਆ ਉਸ ਜਥੇਬੰਦੀ ਦੇ ਅਕਸ ਦੇ ਲਈ, ਉਹਦੇ ਰੁਤਬੇ ਦੇ ਲਈ ਸਹੀ ਨਹੀਂ ਹੈਗਾ। ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਕਿਹਦੀ ਤਸਵੀਰ ਲੱਗੇਗੀ ਔਰ ਕਿਹਦੀ ਤਸਵੀਰ ਨੂੰ ਉਤਾਰਿਆ ਜਾਏਗਾ, ਇਹਦਾ ਕੋਈ ਠੋਸ ਪੈਮਾਨਾ ਜਾਂ ਮਾਪਦੰਡ ਜਿਹੜਾ ਹੈ ਉਹ ਆਪਣੇ ਸਾਹਮਣੇ ਨਹੀਂ ਹੈਗਾ। ਦੈਟ ਇਜ਼ ਦਾ ਓਨਲੀ ਪ੍ਰੋਬਲਮ, ਜਿਹਦੇ ਕਰਕੇ ਐਡੇ ਵੱਡੇ ਕ੍ਰਿਟਿਸਿਜ਼ਮ ਆ ਜਿਹੜੀਆਂ ਇਹ ਉਂਗਲਾਂ ਉੱਠਣ ਲੱਗ ਜਾਂਦੀਆਂ ਐਸਜੀਪੀਸੀ ਦੇ ਫੈਸਲਿਆਂ ਦੇ ਉੱਤੇ। ਐਸਜੀਪੀਸੀ ਮਤਾ ਪਾਸ ਕਰਦਾ, ਰੈਜ਼ੋਲੂਸ਼ਨ ਪਾਉਂਦਾ, ਉਸ ਤੋਂ ਬਾਅਦ ਇੱਕ ਫੈਸਲਾ ਲੈ ਲੈਂਦੇ ਨੇ ਕਿ ਜਿਹੜੇ ਪੋਰਟਰੇਟ ਆ, ਜਿਹੜੇ ਵੀ ਯਾਦਗਾਰ ਆ, ਜਿਹੜੀ ਉਸ ਮਿਊਜ਼ੀਅਮ ਦੇ ਵਿੱਚ ਲਗਾ ਦਿੱਤੀ ਜਾਊਗੀ। ਇਹ ਫੈਸਲੇ ਕਰਨ ਦੇ ਵਿੱਚ ਜਿਹੜੀ ਸਿਆਸੀ ਇੰਟਰਫੇਰੈਂਸ ਆ ਉਹ ਵੀ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ ਨੂੰ ਇਸਟੈਬਲਿਸ਼ ਕਰਨ ਦੇ ਲਈ ਮੈਂ ਇੱਥੇ ਕੁਝ ਕੁ ਐਗਜ਼ਾਮਪਲਾਂ ਦਊਂਗੀ। ਐਗਜ਼ਾਮਪਲ ਹੈ 2007 ਦੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਤਾਂ ਉਹਨਾਂ ਦੀ ਜਿਹੜੀ ਰਹਿਨੁਮਾਈ ਵਾਲੀ ਸਰਕਾਰ ਸੀ, ਜਦੋਂ ਉਹਨਾਂ ਦਾ ਦੌਰ ਸੀ ਚੀਫ ਮਿਨਿਸਟਰ ਸੀ ਪੰਜਾਬ ਦੇ ਵਿੱਚ, ਉਸ ਟਾਈਮ ਆਰਡਰ ਦਿੱਤੇ ਜਾਂਦੇ ਆ। ਸਾਫ਼ ਇਸ ਅਖਬਾਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਗੇਵ ਗ੍ਰੀਨ ਸਿਗਨਲ ਟੂ ਉਸ ਸਮੇਂ ਦੇ ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਕਿ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਜਿਹੜੀ ਆ ਉਸ ਮਿਊਜ਼ੀਅਮ ਦੇ ਵਿੱਚ ਲਗਾਈ ਜਾਵੇ। ਸੋ ਇੱਥੇ ਸਿੱਧੀ ਜੀ ਗੱਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤਾਂ ਚੀਫ ਮਿਨਿਸਟਰ ਇੱਕ ਸੈਕੂਲਰ ਸਟੇਟ ਦੇ, ਧਰਮ ਨਿਰਪੱਖ ਸਟੇਟ ਦੇ ਚੀਫ ਮਿਨਿਸਟਰ ਸੀ, ਪਰ ਇਹ ਜਿਹੜੀ ਇੰਟਰਫੇਰੈਂਸ ਆ ਇਹਦੇ ਕਰਕੇ ਹੀ ਐਸਜੀਪੀਸੀ ਨੂੰ ਕ੍ਰਿਟਿਸਿਜ਼ਮ ਸਹਿਣਾ ਪੈਂਦਾ ਹੈ। ਹੁਣ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਇੱਥੇ ਕਿਉਂ ਲਗਾਈ ਗਈ ਸੀ? ਕਿਉਂਕਿ ਉਸ ਸਮੇਂ ਜਿਹੜੀਆਂ ਰੈਡੀਕਲ ਜਥੇਬੰਦੀਆਂ ਆਪਾਂ ਕਹਿ ਲਈਏ, ਦਮਦਮੀ ਟਕਸਾਲ, ਦਲ ਖਾਲਸਾ, ਉਹਨਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ ਸੀ। ਉਹਨਾਂ ਦੀਆਂ ਵਾਰਨਿੰਗ ਸੀ ਉੱਥੇ ਕਿ ਅਗਰ ਤੁਸੀਂ ਇਹ ਨਹੀਂ ਲਗਾਓਗੇ ਭਿੰਡਰਾਂਵਾਲਿਆਂ ਦੀ ਤਸਵੀਰ ਤਾਂ ਅਸੀਂ ਆਪ ਜਾ ਕੇ ਉੱਥੇ ਤਸਵੀਰ ਸੁਸ਼ੋਭਿਤ ਕਰਾਂਗੇ, ਜਿਹਦੇ ਡਰ ਤੋਂ ਜਾਂ ਇੱਕ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਇਹ ਜਿਹੜੀ ਤਸਵੀਰ ਭਿੰਡਰਾਂਵਾਲਿਆਂ ਦੀ ਉੱਥੇ ਲਗਾ ਦਿੰਦੇ ਆ। ਇਸੇ ਸਮੇਂ ਤੇ ਇਹ ਬਹੁਤ ਇੰਟਰਸਟਿੰਗ ਸਟੋਰੀ ਆ ਵੀ ਇਸੇ ਸਮੇਂ ਤੇ ਇਹ ਚੀਜ਼ ਸ਼ੁਰੂ ਹੁੰਦੀ ਹੈ ਜਦੋਂ ਭਗਤ ਸਿੰਘ ਜੀ ਦਾ ਪੋਰਟਰੇਟ ਉੱਥੇ ਸਥਾਪਿਤ ਕਰਨ ਦੀ ਗੱਲ ਕੀਤੀ ਜਾਂਦੀ ਹੈ ਕਿ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਵੀ ਤਸਵੀਰ ਜਿਹੜੀ ਆ ਹੋਣੀ ਚਾਹੀਦੀ ਹੈ। ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਵੀ ਉਸ ਅਜਾਇਬ ਘਰ ਦੇ ਵਿੱਚ, ਸਿੱਖ ਅਜਾਇਬ ਘਰ ਦੇ ਵਿੱਚ ਫਿੱਟ ਕਰਨ ਦੇ ਲਈ, ਉੱਥੇ ਲਗਾਉਣ ਦੇ ਲਈ ਇੱਕ ਪ੍ਰੈਸ਼ਰ ਗਰੁੱਪ ਹੁੰਦਾ ਜਿਹਦੇ ਪ੍ਰੈਸ਼ਰ ਦੇ ਅਧੀਨ ਇਹ ਫੈਸਲਾ ਲਿਆ ਜਾਂਦਾ ਕਿ ਭਗਤ ਸਿੰਘ ਦੀ ਤਸਵੀਰ ਲਗਾਈ ਜਾਏਗੀ। ਸੋ ਇੱਥੇ ਰੌਚਕ ਸਟੋਰੀ ਇਹ ਬਣਦੀ ਹੈ ਕਿ ਭਗਤ ਸਿੰਘ ਜੀ ਦੀ ਤਸਵੀਰ ਅਜਾਇਬ ਘਰ 'ਚ ਲਾਉਣ ਤੋਂ ਪਹਿਲਾਂ ਉੱਥੋਂ ਇੱਕ ਤਸਵੀਰ ਹਟਾਈ ਜਾਂਦੀ ਹੈ। ਹੁਣ ਉਹ ਤਸਵੀਰ ਕਿਹਦੀ ਹੁੰਦੀ ਹੈ ਜਿਹੜੀ ਹਟਾਈ ਜਾਂਦੀ ਹੈ? ਉਹਨੂੰ ਸੁਣ ਕੇ ਬਹੁਤ ਹੈਰਾਨੀ ਹੁੰਦੀ ਹੈ, ਔਰ ਇਹਦੇ ਤੇ ਫਿਰ ਸੀਰੀਅਸ ਕੁਐਸਚਨ ਖੜੇ ਹੁੰਦੇ ਆ ਐਸਜੀਪੀਸੀ ਦੇ ਉੱਤੇ ਕਿ ਐਸਜੀਪੀਸੀ ਨੇ ਜਿਹੜੀ ਤਸਵੀਰ ਉੱਥੋਂ ਹਟਾਈ ਉਹ ਸੀ ਜਨਰਲ ਓ ਡਾਇਰ ਦੀ। ਹੁਣ ਜਨਰਲ ਓ ਡਾਇਰ ਕੌਣ ਸੀ? ਜਿਹਨੇ ਜਲਿਆਂਵਾਲਾ ਬਾਗ ਦਾ ਜਿਹੜਾ ਮੈਸੇਕਰ ਹੋਇਆ ਸੀ 13 ਅਪ੍ਰੈਲ 1919 ਨੂੰ,
ਜਿਹਦੀ ਜਿਹੜਾ ਪੰਜਾਬ ਦਾ ਆਪਣਾ ਗਵਰਨਰ ਸੀ ਉਹਦੀ ਰਹਿਨੁਮਾਈ ਦੇ ਹੇਠ, ਜਿਹਦੇ ਆਰਡਰਸ ਦੇ ਉੱਤੇ ਹੀ ਇਹ ਸਾਰਾ ਕੰਮ ਹੋਇਆ। ਔਰ ਜਿਹਨੇ ਰੈਗਨਾਲਡ ਡਾਇਰ ਸੀ ਜਿਹੜਾ, ਜਿਹਨੇ ਪ੍ਰੋਪਰ ਉੱਥੇ ਆਰਮੀ ਯੂਨੀਫਾਰਮ ਦੇ ਵਿੱਚ ਆਰਮੀ ਮੈਨ ਸੀ, ਜਿਹਨੇ ਉੱਥੇ ਗੋਲੀਆਂ ਚਲਾਈਆਂ, ਉਹਦੇ ਕੰਮ ਨੂੰ ਸਪੋਰਟ ਕੀਤਾ ਸੀ। ਮਤਲਬ ਕਿ ਜਲਿਆਂਵਾਲੇ ਬਾਗ ਨੂੰ ਕਰਨ ਵਾਲਾ, ਮੇਨ ਆਰਡਰ ਦੇਣ ਵਾਲਾ, ਜਾਂ ਜਿਹਦੀ ਰਹਿਨੁਮਾਈ ਦੇ ਵਿੱਚ ਉਹ ਅਟੈਕ ਹੋਇਆ, ਜਾਂ ਜਿਹਨੇ ਆਪਾਂ ਕਹੀਏ ਕਿ ਉਸ ਅਟੈਕ ਨੂੰ ਸਪੋਰਟ ਕੀਤਾ, ਉਹਦੀ ਤਸਵੀਰ ਐਸਜੀਪੀਸੀ ਦੇ ਹੁਕਮਾਂ ਤੋਂ ਬਾਹਰ ਜਾ ਕੇ ਤਾਂ ਉੱਥੇ ਕੋਈ ਤਸਵੀਰ ਨਹੀਂ ਲਾ ਸਕਦਾ। ਸੋ ਉਹਨਾਂ ਦੇ ਅਧੀਨ ਹੀ ਜਨਰਲ ਓ ਡਾਇਰ ਦੀ ਤਸਵੀਰ ਉੱਥੇ ਲੱਗੀ ਹੋਈ ਸੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ। 2007-8 ਦੇ ਵਿੱਚ ਹੀ ਇਸ ਤਸਵੀਰ ਨੂੰ ਉਤਾਰਿਆ ਗਿਆ ਔਰ ਉੱਥੇ ਭਗਤ ਸਿੰਘ ਜੀ ਦੀ ਜਿਹੜੀ ਤਸਵੀਰ ਆ ਉਹ ਲਗਾਈ ਗਈ ਹੈ। ਹੁਣ ਜਨਰਲ ਓ ਡਾਇਰ ਉਹ ਸੀ ਜਿਹਨੂੰ ਸ਼ਹੀਦ ਊਧਮ ਸਿੰਘ ਨੇ ਮਾਰਿਆ ਸੀ। ਸ਼ਹੀਦ ਊਧਮ ਸਿੰਘ ਨੇ ਬਦਲਾ ਲਿਆ ਸੀ ਜਲਿਆਂਵਾਲੇ ਬਾਗ ਦਾ। ਭਾਈ ਕਰਤਾਰ ਸਿੰਘ ਸਰਾਭਾ ਜਿਹੜੇ ਸੀਗੇ, ਉਹਨਾਂ ਦਾ ਵੀ ਇੱਕ ਬਹੁਤ ਵੱਡਾ ਅੰਗਰੇਜ਼ਾਂ ਦੇ ਖਿਲਾਫ ਲੜਾਈ ਸੀ। ਸੋ ਅੰਗਰੇਜ਼ਾਂ ਦੀ ਵੀ ਤਸਵੀਰ, ਖਾਸ ਤੌਰ ਤੇ ਉਹ ਸ਼ਖਸੀਅਤ ਦੀ ਤਸਵੀਰ ਜਿਹਦੇ ਆਰਡਰ ਸੀਗੇ। ਔਰ ਉਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਦੀ ਵੀ ਤਸਵੀਰ, ਕਰਤਾਰ ਸਿੰਘ ਸਰਾਭਾ ਦੀ, ਭਗਤ ਸਿੰਘ ਜੀ ਦੀ ਵੀ ਫਿਰ ਲਗਾਈ ਗਈ, ਉੱਥੇ ਲੱਗੀਆਂ ਹੋਈਆਂ ਨੇ। ਸੋ ਇਹ ਜਿਹੜੇ ਚੀਜ਼ ਹੈ ਨਾ, ਇਹ ਇੱਕ ਸੀਰੀਅਸ ਸਵਾਲ ਜਿਹੜੇ ਉਹ ਐਸਜੀਪੀਸੀ ਤੇ ਖੜੇ ਕਰਦੀ ਹੈ। ਜਨਰਲ ਓ ਡਾਇਰ ਦੀ ਜਿਹੜੀ ਤਸਵੀਰ ਸੀ, ਉਹਦੇ ਪਿੱਛੇ ਉਹਦਾ ਜਿਹੜਾ ਨੀਚੇ ਕੈਪਸ਼ਨ ਦਿੱਤਾ ਹੋਇਆ ਸੀ, ਦੈਟ ਕੈਪਸ਼ਨ ਵਾਜ਼ ਬੁਚਰਡ ਆਫ ਜਲਿਆਂਵਾਲਾ ਬਾਗ। ਸੋ ਪਰ ਉਸ ਬੁਚਰ ਦਾ, ਅਗਰ ਆਪਾਂ, ਇਹ ਵੈਸੇ ਸੈਲਫ ਐਕਸਪਲੇਨੇਟਰੀ ਹੈਗਾ ਆਪਣੇ ਆਪ ਦੇ ਵਿੱਚ ਕਿ ਉਹਨੂੰ ਬੁਰੀ ਲਾਈਟ ਦੇ ਵਿੱਚ ਹੀ ਦਿਖਾਇਆ ਗਿਆ ਸੀ, ਬਟ ਉਹਦੀ ਤਸਵੀਰ ਵੀ ਉੱਥੇ ਲਾਉਣ ਦਾ, ਪਲੱਸ ਉਸ ਸਮੇਂ ਦੇ ਜਿਹੜੇ ਪ੍ਰਧਾਨ ਸੀ, ਹੀ ਵੈਂਟ ਟੂ ਸ਼ੌਕ। ਉਸ ਸਮੇਂ ਦੀਆਂ ਅਖਬਾਰਾਂ ਪੜ੍ਹਦੇ ਹਾਂ ਤਾਂ ਇਸ ਚੀਜ਼ ਪਤਾ ਲੱਗਦੀ ਹੈ ਕਿ ਉਹਨਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਸੀ ਕਿ ਇੱਦਾਂ ਦੇ ਲੋਕਾਂ ਦੀਆਂ ਵੀ ਤਸਵੀਰਾਂ ਲੱਗੀਆਂ ਹੋਈਆਂ ਨੇ। ਹੁਣ ਚੌਥਾ ਪੁਆਇੰਟ ਜੋ ਮੈਂ ਕਹਿ ਸਕਦੇ ਹਾਂ, ਜਿੱਥੇ ਪੋਰਟਰੇਟ ਲਗਾਉਣ ਦੇ ਵਿੱਚ ਸਿਆਸੀ ਜਿਹੜੀ ਫੀਲਿੰਗ ਆ ਉਹ ਪਤਾ ਲੱਗ ਰਹੀ ਹੈ, ਉਹ ਹੈਗੀ ਮਾਨ ਸਿੰਘ ਮਾਨ ਵੱਲੋਂ ਜਿਹੜਾ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਭਗਤ ਸਿੰਘ ਜੀ ਦਾ ਪੋਰਟਰੇਟ ਉੱਥੋਂ ਉਤਾਰ ਦਿੱਤਾ ਜਾਵੇ। ਉਹਨਾਂ ਨੇ ਜੋ ਕਾਰਨ ਦਿੱਤੇ ਉਹਦੇ ਵਿੱਚ ਆਪਾਂ ਨਹੀਂ ਜਾਵਾਂਗੇ, ਉਹ ਆਪਣੀ ਇੱਕ ਅਲੱਗ ਗੱਲਬਾਤ ਦਾ ਵਿਸ਼ਾ ਆ। ਆਪਾਂ ਸਿਰਫ ਗੱਲ ਕਰ ਰਹੇ ਹਾਂ ਕਿ ਐਸਜੀਪੀਸੀ ਦੇ ਜਿਹੜੇ ਪੋਰਟਰੇਟ ਲਗਾਉਣ ਦੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਉਹ ਪੈਮਾਨੇ ਸਥਿਰ ਨਹੀਂ ਹੈਗੇ, ਉਹ ਪੈਮਾਨੇ ਸੋਲਿਡ ਨਹੀਂ, ਔਰ ਉਹ ਪੈਮਾਨਿਆਂ ਦੇ ਵਿੱਚ ਵੀ ਇਟਸੈਲਫ ਸਿਆਸੀਕਰਨ ਹੋ ਚੁੱਕਾ ਹੈ, ਜਿਹਦੇ ਕਰਕੇ ਅੱਜ ਇੱਦਾਂ ਦੇ ਜਿਹੜੇ ਇਸ਼ੂ ਆ ਉਹ ਉੱਠ ਰਹੇ ਆ, ਜਿਹਦੇ ਨਾਲ ਲੋਕ ਜਿਹੜੇ ਆ ਉਹ ਐਸਜੀਪੀਸੀ ਦੇ ਫੈਸਲਿਆਂ ਦਾ ਕ੍ਰਿਟਿਸਿਜ਼ਮ ਕਰਨ ਲਈ ਵੀ ਮਜਬੂਰ ਹੋ ਰਹੇ ਆ, ਪਲੱਸ ਲੋਕ ਮਨਾਂ ਦੇ ਵਿੱਚ ਵੀ ਇੱਕ ਧੜੇਬਾਜ਼ੀ ਜਿਹੜੀ ਆ, ਇੱਕ ਉਲਝਣਬਾਜ਼ੀ ਆ ਜਿਹੜੀ ਉਹ ਪੈਦਾ ਹੋ ਰਹੀ ਹੈ। ਅਜਾਇਬ ਘਰ ਦੇ ਵਿੱਚ ਤਸਵੀਰਾਂ ਲਗਾਉਣ ਦੇ ਮਸਲੇ ਦਾ ਸੋਲਿਡ ਹੱਲ ਜਿਹੜਾ ਹੈ ਉਹ ਐਸਜੀਪੀਸੀ ਨੂੰ ਲੱਭਣਾ ਚਾਹੀਦਾ, ਜੋ ਮੇਰੇ ਅਕੋਰਡਿੰਗਲੀ ਇਹ ਹੋ ਸਕਦਾ ਕਿ ਉਹ ਕੋਈ ਕਮੇਟੀ ਬਣਾਉਣ। ਉਹ ਕਮੇਟੀ ਦੇ ਵਿੱਚ ਜਿਹੜੇ ਸਿੱਖ ਬੁੱਧੀਜੀਵੀ ਨੇ, ਸਿੱਖ ਇਤਿਹਾਸਕਾਰ ਨੇ, ਸਿੱਖ ਸਕਾਲਰ ਨੇ, ਉਹਨਾਂ ਨੂੰ ਰੱਖਿਆ ਜਾਵੇ ਔਰ ਉਹ ਡਿਸਾਈਡ ਕਰਨ ਕਿ ਕਿਸ ਇਨਸਾਨ ਦੀ ਇੱਥੇ ਪੋਰਟਰੇਟ ਲੱਗਣਾ ਚਾਹੀਦਾ, ਕਿਸ ਸ਼ਖਸੀਅਤ ਦਾ ਪੋਰਟਰੇਟ ਲੱਗਣਾ ਚਾਹੀਦਾ, ਤੇ ਉਹਦੇ ਪਿਛਲਾ ਆਬਜੈਕਟਿਵ ਜਿਹੜਾ ਉਹ ਕੀ ਹੋਏਗਾ। ਕਿਉਂਕਿ ਆਬਜੈਕਟਿਵ ਮਿਊਜ਼ੀਅਮ ਦਾ ਸਿਰਫ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਜਾਗਰੂਕ ਉਹਨਾਂ ਨੂੰ ਰੱਖਣ ਦੇ ਲਈ, ਆਪਣੇ ਧਰਮ ਦੇ ਸੰਘਰਸ਼ਾਂ ਦੇ ਵਿੱਚ ਜਾਂ ਆਪਣੇ ਗੁਰੂਆਂ ਪ੍ਰਤੀ, ਆਪਣੇ ਹੋਰ ਧਾਰਮਿਕ ਗਤੀਵਿਧੀਆਂ ਜੋ ਇਤਿਹਾਸ 'ਚ ਹੋਈਆਂ, ਮੰਤਵ ਤਾਂ ਸਿਰਫ ਇਹੀ ਹੈ। ਸੋ ਇਸ ਕਰਕੇ ਜਿਹੜੇ ਸਿੱਖ ਇਤਿਹਾਸਕਾਰ ਉਹਨਾਂ ਨੂੰ ਇਹਦੇ ਤੇ ਇਹ ਕੰਮ ਦੇ ਦੇਣਾ ਚਾਹੀਦਾ ਕਿ ਉਹ ਆਪਣੀ ਕਮੇਟੀ ਦੀ ਰਿਪੋਰਟ ਜਿਹੜੀ ਉਹ ਸਬਮਿਟ ਕਰਨ ਔਰ ਉਹਦੇ ਤੇ ਬਾਅਦ ਵਿੱਚ ਸਕਰੂਟਨੀ ਕੀਤੀ ਜਾ ਸਕਦੀ। ਦੂਸਰਾ ਹੱਲ ਜੋ ਐਸਜੀਪੀਸੀ ਨੂੰ ਇਮੀਡੀਏਟਲੀ ਕਰਨਾ ਚਾਹੀਦਾ ਉਹ ਹੈ ਕਿ ਕੇਂਦਰੀ ਸਿੱਖ ਅਜਾਇਬ ਘਰ ਨੂੰ ਸਿਰਫ ਸਿੱਖੀ ਦੀ ਹੀ ਰੰਗਤ ਦਿੱਤੀ ਜਾਵੇ, ਉਹਨੂੰ ਸਿਰਫ ਇੱਕ ਧਰਮ ਵਿਸ਼ੇਸ਼ਤਾ ਜੋ ਸਿੱਖੀ ਆ ਉਹਦਾ ਹੀ ਅਜਾਇਬ ਘਰ ਰੱਖਿਆ ਜਾਵੇ, ਨਾ ਕਿ ਕੇਂਦਰੀ ਸਿੱਖ ਅਜਾਇਬ ਘਰ ਨੂੰ ਸੋਸ਼ੀਓ ਪੋਲੀਟੀਕਲ ਲੀਡਰਸ ਦੀਆਂ ਫੋਟੋਆਂ ਲਾ ਕੇ ਉਹਨੂੰ ਇੱਕ ਸੈਕੂਲਰ ਦਿੱਖ ਦਿੱਤੀ ਜਾਵੇ। ਇਹ ਸਿਰਫ ਔਰ ਸਿਰਫ ਸਿੱਖੀ ਧਰਮ ਦੇ ਨਾਲ ਹੀ ਜੁੜਿਆ ਹੋਇਆ ਮਿਊਜ਼ੀਅਮ ਹੋਣਾ ਚਾਹੀਦਾ। ਰਹੀ ਗੱਲ ਫਰੀडम ਫਾਈਟਰਸ ਦੀਆਂ ਤਸਵੀਰਾਂ ਦੀ, ਤਾਂ ਉਹ ਦੇਸ਼ ਲਈ ਲੜੇ, ਉਹ ਦੇਸ਼ ਦੀ ਸਮੁੱਚੀ ਆਜ਼ਾਦੀ ਲਈ ਲੜੇ, ਉਹਨਾਂ ਦਾ ਯੋਗਦਾਨ ਸਿੱਖੀ ਦੇ ਲਈ, ਸਿੱਖੀ ਧਰਮ ਦੇ ਲਈ ਨਹੀਂ ਕੋਈ ਖਾਸ ਆਪਾਂ ਗਿਣ ਸਕਦੇ। they were the freedom fighters who happens to be Sikh, ਲੇਕਿਨ ਉਹਨਾਂ ਦਾ ਸਿੱਖੀ ਦੇ ਲਈ ਕੋਈ ਖਾਸ ਯੋਗਦਾਨ ਨਹੀਂ ਹੈ। ਅਗਰ ਇਹ ਮਿਕਸ ਕਰ ਦਿੱਤਾ ਜਾਏਗਾ ਸਾਰਾ ਪੰਥ ਵਾਲੇ ਲੋਕਾਂ ਦਾ ਵੀ, ਔਰ ਜਿਹੜੇ ਸਿੱਖ ਸੀਗੇ ਔਰ ਸਿੱਖ ਹੋ ਕੇ ਉਹਨਾਂ ਨੇ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਇਆ ਜਾਂ ਕੋਈ ਵੱਡੇ ਕਾਰਨਾਮੇ ਕੀਤੇ ਨੇ, ਉਹਨਾਂ ਦਾ ਇੱਕ ਅਲੱਗ ਮਿਊਜ਼ੀਅਮ ਜਿਹੜਾ ਉਹ ਬਣਾ ਦੇਣਾ ਚਾਹੀਦਾ, ਜਿਹਦੇ ਵਿੱਚ ਰਿਲੀਜੀਅਸ ਪੰਥਕ ਜਿਹੜੇ ਬਿਲਕੁਲ ਔਰ ਜਿਹੜਾ ਇੱਕ ਸੈਕੂਲਰ ਦਿੱਖ ਜਿਹੜਾ ਆ ਉਹ ਅਲੱਗ ਹੋ ਸਕੇ। ਉਹਨਾਂ ਨੂੰ ਮਿਕਸ ਨਹੀਂ ਕਰਨਾ ਚਾਹੀਦਾ, ਤਾਂ ਕਿ ਐਸਜੀਪੀਸੀ ਦੇ ਨਾਮ ਤੇ ਜਾਂ ਕੋਈ ਪੋਰਟਰੇਟ ਉਤਾਰਨ ਦੇ ਨਾਮ ਤੇ ਜਾਂ ਪੋਰਟਰੇਟ ਲਗਾਉਣ ਦੇ ਨਾਮ ਤੇ ਕੋਈ ਵੀ ਪੋਲੀਟੀਕਲ ਪਾਰਟੀ ਪੰਜਾਬ ਦੇ ਵਿੱਚ
ਅਖੌਤੀ ਕਈ ਪੰਥਕ ਪਾਰਟੀਆਂ ਇਸ ਟਾਈਮ ਪੰਜਾਬ ਦੇ ਵਿੱਚ ਹੈਗੀਆਂ, ਉਹ ਆਪਣਾ ਕੋਈ ਵੀ ਪੋਲੀਟੀਕਲ ਗਿਮਿਕ ਜਾਂ ਆਪਾਂ ਕਹੀਏ ਕਿ ਸਿਆਸੀ ਸ਼ੋਸ਼ੇਬਾਜ਼ੀ ਨਾ ਕਰ ਸਕੇ, ਇਹਦੀ ਜ਼ਿੰਮੇਵਾਰੀ ਐਸਜੀਪੀਸੀ ਦੇ ਸਿਰ ਤੇ ਆ। ਔਰ ਐਸਜੀਪੀਸੀ ਦਾ ਵੀ ਮਾਣ ਸਤਿਕਾਰ ਇਸੇ ਕਰਕੇ ਬਣਿਆ ਰਹੂਗਾ ਅਗਰ ਉਹਨਾਂ ਦੇ ਫੈਸਲਿਆਂ ਤੇ ਨੁਕਤਾਚੀਨੀ ਨਹੀਂ ਹੋਏਗੀ ਔਰ ਉਹ ਸਥਿਰ ਫੈਸਲੇ ਲੈਣਗੇ। ਥੈਂਕ ਯੂ ਸੋ ਮਚ ਫॉर ਵਾਚਿੰਗ। ਜੋ ਵੀ ਤੁਹਾਡੇ ਵਿਚਾਰ ਨੀਚੇ ਕਮੈਂਟ ਬਾਕਸ ਦੇ ਵਿੱਚ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ।